जगतार सिंह जौहल स्कॉटलैंड का रहने वाला ब्रिटिश सिटीजन ਜਿਹੜਾ ਆਪਣਾ ਵਿਆਹ ਕਰਾਉਣ ਲਈ ਪੰਜਾਬ 'ਚ ਜਾਂਦਾ ਹੈ, ਕਿਵੇਂ ਉਸ ਨੂੰ ਮਾਰਕੀਟ ਦੇ ਵਿੱਚ ਜਦੋਂ ਕਿ ਉਹ ਆਪਣੀ ਨਵ-ਵਿਆਹੀ ਜਿਹੜਾ ਉਹ ਸਿੰਘਣੀ ਦੇ ਨਾਲ ਸ਼ਾਪਿੰਗ ਕਰ ਰਿਹਾ, ਉਹਨੂੰ ਚੁੱਕ ਲਿਆ ਜਾਂਦਾ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ 'ਚ। ਉਹਦਾ ਕਸੂਰ ਇੰਨਾ ਹੈ ਕਿ ਯੂਕੇ 'ਚ ਹੁੰਦਿਆਂ ਉਹਨੇ ਸੇਂਟ ਸੋਲਜਰਸ ਦੇ ਨਾਂ ਥੱਲੇ ਜਿਹੜਾ ਵੈਬਸਾਈਟ ਜਿਹਦੇ 'ਚ ਜਿਹੜੇ ਮੌਜੂਦਾ ਦੌਰ 'ਚ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਜਾਂ ਆਪਣੀ ਕੌਮੀ ਆਜ਼ਾਦੀ ਦੀ ਲੜਾਈ ਲੜਦੇ ਯੋਧਿਆਂ ਨੇ ਯੋਗਦਾਨ ਪਾਇਆ, ਉਹਨਾਂ ਦੀਆਂ ਪਿਕਚਰਸ। ਫੋਰਨ ਆਫਿਸ ਸਕੇਲਿੰਗ ਬੈਕ ਸਪੋਰਟ ਫॉर UK Sikh activist held in India. Sunak's government has refused to echo assertion that Jagtar Singh Johal is being arbitrarily detained. In fact, Jaggi Johal ਨੂੰ ਚੁਕਾਇਆ ਹੀ ਬ੍ਰਿਟਿਸ਼ MI6 ਖੁਫੀਆ ਏਜੰਸੀ ਨੇ ਕਿ ਉਹਨਾਂ ਨੇ ਟਿਪ ਆਫ ਦਿੱਤੀ ਇੰਡੀਅਨ ਗਵਰਨਮੈਂਟ ਨੂੰ। Sunak's government has refused invitations to echo Boris Johnson's assertion that Indian government has arbitrarily detained Johal, a term seen as significant because it means the UK does not recognize there is a proper legal basis to hold him. I would like to ask if you can confirm if the UK government still believes that Jagtar is being arbitrarily detained, and if so, what further steps your government will take to secure a breakthrough in the case? ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਜੱਗੀ ਜੋਲ ਦੇ ਹਵਾਲੇ ਨਾਲ ਕਿ ਬ੍ਰਿਟਿਸ਼ ਸਿਟੀਜ਼ਨ ਜੱਗੀ ਜੋਲ ਨੂੰ ਭਾਰਤੀ ਕੈਦ ਵਿੱਚ ਲਗਭਗ 5 ਸਾਲ ਹੋ ਚੁੱਕੇ ਹਨ। UK ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਅਨੁਸਾਰ ਬ੍ਰਿਟਿਸ਼ ਹੁਕੂਮਤ ਵੱਲੋਂ ਇਸ ਸੰਬੰਧੀ ਕਦਮ ਹੋਰ ਵੀ ਪਿੱਛੇ ਖਿੱਚ ਲਿਆ ਗਿਆ ਹੈ, ਯਾਨੀ ਕਿ ਉਹ ਜੱਗੀ ਜੋਲ ਦੀ ਰਿਹਾਈ ਲਈ ਭਾਰਤ ਸਰਕਾਰ ਤੇ ਦਬਾਅ ਜਿਹੜਾ ਬਣਾਉਣ ਲਈ ਤਿਆਰ ਨਹੀਂ ਹਨ। ਸੋ ਬ੍ਰਿਟਿਸ਼ ਗੱਦਾਰੀਆਂ ਵੀ ਦੀ ਜਿਹੜੀ ਹੈਗੀ ਆ ਲੰਬੀ ਕਹਾਣੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਜ਼ਿਕਰ ਕੀਤਾ ਹੈ ਕਿ ਕਿਵੇਂ ਬ੍ਰਿਟਿਸ਼ਰਜ਼ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨਾਲ ਕੀਤੀ ਟ੍ਰੀਟੀ, ਅੰਮ੍ਰਿਤਸਰ ਦੀ ਸੰਧੀ 1809 ਦੀ, ਉਹਨੂੰ ਵਾਇਲੇਟ ਕੀਤਾ। ਕਿਵੇਂ ਲਾਹੌਰ ਦੇ ਵਿੱਚ ਉਹਨਾਂ ਨੇ ਡੋਗਰਿਆਂ ਔਰ ਮਿਸਰਾਂ ਰਾਹੀਂ ਜਿਹੜਾ ਉਹ ਗੱਦਾਰੀਆਂ ਦਾ ਔਰ ਭਰਾ ਮਾਰੂ ਜੰਗ ਦਾ ਮੁੱਢ ਬੰਨੇ, ਔਰ ਇਸ ਨੂੰ ਉਹਨਾਂ ਨੇ ਖੁਦ ਵੀ ਫਿਰ ਕਬੂਲ ਕੀਤਾ ਜਦੋਂ ਉਹਨਾਂ ਦੇ ਜਨਰਲ ਨੇ ਕਿਹਾ ਕਿ ਵੀ the results of the wars would have been be different if the community of lions wouldn't have been be led by traitors, ਕਿ ਇਹਨਾਂ ਜੰਗਾਂ ਦੇ ਨਤੀਜੇ ਹੋਰ ਹੁੰਦੇ ਜੇ ਸ਼ੇਰਾਂ ਦੀ ਕੌਮ ਦੀ ਅਗਵਾਈ ਗੱਦਾਰ ਨਾ ਕਰ ਰਹੇ ਹੁੰਦੇ। ਔਰ ਹੁਣ ਤਾਂ ਬਹੁਤ ਕੁਛ ਐਸਾ ਉਹਨਾਂ ਦੇ ਸੀਕ੍ਰੇਟ ਡਾਕੂਮੈਂਟਸ ਔਰ ਦੂਸਰੇ 'ਚੋਂ ਹੈ ਕਿ ਕਿਵੇਂ ਉਹਨਾਂ ਨੇ ਕਿਸ ਕਿਸਮ ਦੇ ਜ਼ੁਲਮ ਕੀਤੇ। ਬੇਸ਼ੱਕ ਅਸੀਂ 1947 ਦੇ ਦੌਰ 'ਚ ਉਹਨਾਂ ਨੂੰ ਬੈਨੀਫਿਟ ਆਫ ਡਾਊਟ ਇਸ ਲਿਹਾਜ਼ ਨਾਲ ਦਿੱਤਾ ਹੈ ਕਿ ਭਾਈ ਸਾਡੀ ਲੀਡਰਸ਼ਿਪ ਇਨਕੈਪੇਬਲ ਸੀ, ਉਹ ਕੋਈ ਨਹੀਂ ਕਰ ਸਕੀ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੇ 1 ਮਿਲੀਅਨ ਦੇ ਲਗਭਗ ਹਿੰਦੂ ਸਿੱਖ ਮੁਸਲਮਾਨ ਮਾਰੇ ਗਏ ਔਰ 10 ਮਿਲੀਅਨ ਤੋਂ ਜ਼ਿਆਦਾ ਦੋਵੇਂ ਪਾਸੇ ਜਿਹੜੇ ਨੇ ਉਹ ਉਜੜੇ, ਜਿਹਨੂੰ ਸਾਡੇ ਪੰਜਾਬ ਦੇ ਲੋਕ ਕਹਿੰਦੇ ਹੀ ਉਜਾੜਾ ਪਿਆ, ਉਸ ਦੇ ਲਈ ਜੇ ਕੋਈ ਜ਼ਿੰਮੇਵਾਰ ਹੈ ਤਾਂ ਉਹ ਬ੍ਰਿਟਿਸ਼ਰਜ਼ ਨੇ। ਕਿਉਂਕਿ ਉਹਨਾਂ ਨੇ ਕੋਈ ਜਿਹੜਾ 1948 'ਚ ਉਹਨਾਂ ਨੇ ਜਾਣਾ ਸੀ, ਉਹਨਾਂ ਨੇ ਐਡਵਾਂਸ ਕੀਤਾ ਜਾਣ ਦਾ, ਔਰ ਬਿਲਕੁਲ ਕੋਈ ਵੀ ਇਹੀ ਮਾਈਗ੍ਰੇਸ਼ਨ ਆਫ ਪਾਪੂਲੇਸ਼ਨ ਪੀਸਫੁਲੀ ਵੀ ਹੋ ਸਕਦੀ ਸੀ, ਪਰ ਉਹਨਾਂ ਨੇ ਕੋਈ ਜਿਹੜਾ ਇਹਦੇ 'ਚ ਦਿਲਚਸਪੀ ਨਹੀਂ ਲਈ। ਉਹਨਾਂ ਦੇ ਭਾਣੇ ਜੇ ਮਰਦੇ ਸੀ ਤਾਂ ਮਰਦੇ ਰਹਿਣ, ਔਰ ਕਿੰਨਾ ਵੱਡਾ ਨੁਕਸਾਨ ਹਿਊਮਨ ਹਿਸਟਰੀ ਦਾ ਇੱਕ ਵੱਡਾ ਦੁਖਾਂਤ ਹੈ, ਉਹਦੇ ਲਈ ਉਹ ਜ਼ਿੰਮੇਵਾਰ ਹੈ। ਪਰ ਅਸੀਂ ਇਹ ਦੇਖਦੇ ਹਾਂ ਕਿ ਕੰਟਰੀ ਆਫ ਸ਼ਾਪਕੀਪਰਸ, ਇਹਨਾਂ ਨੇ ਪੋਸਟ 47 ਜਿਹਨਾਂ ਬ੍ਰਾਹਮਣ ਬਾਣੀਆਂ ਦੇ ਨਾਲ ਸਮਝੌਤਾ ਕੀਤਾ ਸੀ, ਉਹਨਾਂ ਨੂੰ ਪੂਰਾ ਪਜ਼ੀਰਾਈ ਦਿੱਤੀ ਇੰਟਰਨੈਸ਼ਨਲ ਲੈਵਲ 'ਤੇ। ਉਹਨਾਂ ਨਾਲ ਸਭ ਤੋਂ ਜ਼ਿਆਦਾ ਕੁਛ ਅਰਸਾ ਪਹਿਲਾਂ ਤੱਕ UK ਦਾ ਵਪਾਰ ਰਿਹਾ, ਔਰ ਉਹਨਾਂ ਦੀਆਂ ਗਲਤ ਨੀਤੀਆਂ ਦੇ ਵੀ, ਔਰ ਪਹਿਲਾਂ ਤਾਂ 1 ਸਾਲ ਲਗਭਗ ਉਹਨਾਂ ਦਾ ਹੀ ਜਿਹੜਾ ਫੌਜੀ ਜਨਰਲ ਹੈ 1948 ਤੱਕ ਭਾਰਤੀ ਫੌਜ ਦਾ ਵੀ ਰਿਹਾ, ਗਵਰਨਰ ਜਨਰਲ ਵੀ। ਹਾਲਾਂਕਿ ਪਾਕਿਸਤਾਨ ਦੇ ਕਾਇਦੇ ਆਜ਼ਮ ਨੇ ਜਦੋਂ ਮਾਊਂਟ ਬੈਟਨ ਨੇ ਕਿਹਾ, ਕਿਉਂਕਿ ਇੰਡੀਆ ਨੇ ਤਾਂ ਮੰਨ ਲਿਆ ਉਹਨੂੰ ਕਿ ਵੀ ਇਹ ਰਹੇਗਾ 47, ਉਹਨੇ ਕਿਹਾ ਵੀ ਨੋ। ਔਰ ਪਹਿਲੇ ਗਵਰਨਰ ਜਨਰਲ ਪਾਕਿਸਤਾਨ ਦੇ ਮੁਹੰਮਦ ਅਲੀ ਜਿਨਾਹ ਬਣਦੇ ਨੇ।
ਸੋ ਉਹ ਜਿਹੜਾ ਸਾਰਾ ਇੰਪੈਕਟ ਸੀ ਅੰਗਰੇਜ਼ਾਂ ਨੇ ਆਪਣੇ ਇੰਟਰਸਟ ਦਾ ਸੁਰੱਖਿਅਤ ਰੱਖੇ। ਔਰ ਕਿਵੇਂ, ਕਿਉਂਕਿ ਅਸੀਂ ਸਿੱਖ ਪਰਸਪੈਕਟਿਵ ਤੋਂ ਗੱਲ ਕਰ ਰਹੇ ਹਾਂ, ਓਵਰਆਲ ਬ੍ਰਿਟਿਸ਼ਰਸ ਦੀ ਕਿਹੜੀ ਕਾਲੀ ਲੈਗੇਸੀ ਹੈ ਜਾਂ ਕਾਲਾ ਇਹਨਾਂ ਦਾ ਰਿਕਾਰਡ ਹੈ, ਉਹਦੀ ਗੱਲ ਅਸੀਂ ਇਸ ਵੇਲੇ ਨਹੀਂ ਕਰਾਂਗੇ। ਲੇਕਿਨ ਫਿਰ ਸਾਡੇ ਸਾਹਮਣੇ ਬ੍ਰਿਟਿਸ਼ਰਸ ਦਾ, ਕਿਉਂਕਿ ਸਿੱਖਾਂ ਦੇ ਨਾਲ ਕੀ ਪਿੱਛਾ ਰਿਹਾ ਉਸ ਦੀ ਜੇ ਗੱਲ ਕਰੀਏ, ਫਿਰ ਡੀਕਲਾਸੀਫਾਈਡ ਡਾਕੂਮੈਂਟ ਸਾਨੂੰ ਦੱਸਦੇ ਨੇ ਕਿ ਫਰਵਰੀ 1984 ਦੇ ਵਿੱਚ ਜਦੋਂ ਮਾਰਗਰਟ ਥੈਚਰ ਪ੍ਰਾਈਮ ਮਿਨਿਸਟਰ ਹੈ, ਇੰਦਰਾ ਗਾਂਧੀ ਚਿੱਠੀ ਲਿਖਦੀ ਹੈ, ਉਹਨਾਂ ਦੀ ਖੁਫੀਆ ਏਜੰਸੀ MI6 ਦੇ 2 ਆਲਾ ਆਫੀਸਰ ਜਾਂਦੇ ਨੇ, ਦਰਬਾਰ ਸਾਹਿਬ ਦੀ ਰੇਕੀ ਕਰਦੇ ਨੇ, ਫਿਰ ਉਹ ਡੀਕਲਾਸੀਫਾਈਡ ਡਾਕੂਮੈਂਟ ਉੱਥੇ ਰੋਕ ਦਿੱਤੇ ਜਾਂਦੇ ਨੇ, ਅੱਗੋਂ ਉਹਨਾਂ ਦੀ ਡੀਕਲਾਸੀਫਿਕੇਸ਼ਨ। ਔਰ ਸਾਨੂੰ ਅੱਜ ਤੱਕ ਨਹੀਂ, ਹੁਣ ਕਦੇ ਲੇਬਰ ਦੀ ਗਵਰਨਮੈਂਟ ਬਣੀ, ਕੋਈ ਇੰਡੀਪੈਂਡੈਂਟ ਕਮਿਸ਼ਨ ਉੱਥੇ ਬਣਿਆ ਤੇ ਸਾਹਮਣੇ ਆਏਗਾ ਕਿ ਜੂਨ 84 ਦੇ ਸਿੱਖ ਘੱਲੂਘਾਰੇ ਦੇ ਵਿੱਚ ਕੀ ਰੋਲ ਮਾਰਗਰਟ ਥੈਚਰ ਦੀ ਹਕੂਮਤ ਨੇ ਜਾਂ ਬਰਤਾਨੀਆ ਨੇ ਅਦਾ ਕੀਤਾ। ਔਰ ਇਹ ਸਾਰੇ ਦੇ ਨਾਲ ਸਾਨੂੰ ਇਹ ਵੀ ਪਤਾ ਹੈ ਕਿ ਕਿਵੇਂ ਖਾਲਿਸਤਾਨ ਦੀ ਪੀਸਫੁਲ ਅੰਦਾਜ਼ ਦੇ ਵਿੱਚ UK 'ਚ ਜਿਹੜੀ ਲਹਿਰ ਸੀ ਉਹਨੂੰ ਖ਼ਤਮ ਕਰਨ ਦੇ ਲਈ ਫਿਰ ਜਦੋਂ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣਿਆ ਔਰ ਉਹਨੇ PC ਅਲੈਗਜ਼ੈਂਡਰ ਨੂੰ ਹਾਈ ਕਮਿਸ਼ਨਰ ਲਾਇਆ ਭਾਰਤ ਦਾ UK ਦੇ ਵਿੱਚ, ਔਰ ਉਹਦੇ 'ਚ ਉਹਨਾਂ ਨੇ ਕਿਵੇਂ ਥਰਡ ਰੇਟ ਜਹਾਜ਼, ਜਿਨ੍ਹਾਂ ਨੂੰ ਪਹਿਲਾਂ ਇੰਡੀਅਨ 에ਅਰ ਫੋਰਸ ਦੇ ਆਪਣੇ ਜਨਰਲ ਰਿਜੈਕਟ ਕਰ ਚੁੱਕੇ ਸੀ, ਜਗੁਆਰ ਜਹਾਜ਼, ਉਹ ਲੈ ਕੇ ਉਹਨਾਂ ਨੇ ਸਿੱਖ ਮੂਵਮੈਂਟ ਨੂੰ ਜਿਹੜਾ ਹੈ ਉਹਨਾਂ ਨੇ ਕਿਵੇਂ ਸਪਰੈਸ ਕੀਤਾ, ਕਿਵੇਂ ਈਵਨ ਜੇ ਸਿੱਖ ਹਾਈਡ ਪਾਰਕ ਦੇ ਵਿੱਚ ਪ੍ਰੋਟੈਸਟ ਕਰਨਾ ਚਾਹੁੰਦੇ ਸੀ ਪੀਸਫੁਲੀ, ਉਹਨੂੰ ਕਿਵੇਂ ਡਿਨਾਈ ਕੀਤਾ। ਉਹਦੇ ਲਈ ਅੱਜ ਕੁਦਰਤੀ ਸਾਨੂੰ ਉੱਥੋਂ UK ਤੋਂ ਬੀਬੀ ਵਿਨੀ ਕੌਰ ਜੀ ਨੇ ਉਹ ਪੂਰੇ ਦਾ ਪੂਰਾ ਪਲੰਦਾ ਜਿਹੜੇ ਉਹਨਾਂ ਦਾ ਕੌਨਫੀਡੈਂਸ਼ੀਅਲ ਡਾਕੂਮੈਂਟ ਦੇ ਥੱਲੇ ਡੀਕਲਾਸੀਫਾਈ ਹੋਇਆ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ। ਲੇਕਿਨ ਇਹ ਜਿਹੜਾ ਖਾਸ ਤੌਰ 'ਤੇ ਸਿੱਖ ਡੈਮੋਨਸਟ੍ਰੇਸ਼ਨ ਇਨ ਹਾਈਡ ਪਾਰਕ ਦੇ ਥੱਲੇ ਕੌਨਫੀਡੈਂਸ਼ੀਅਲ ਡਾਕੂਮੈਂਟ ਦਾ ਇਹ ਹਿੱਸਾ ਡੀਕਲਾਸੀਫਾਈ ਕੀਤਾ ਗਿਆ। ਔਰ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਭਾਈ ਮਿਸਟਰ ਖਹਿਰਾ ਨੇ ਇੰਨੀ ਤਰੀਕ ਨੂੰ ਜਿਹੜਾ ਉਹ ਮੰਗ ਕੀਤੀ ਹੈ ਕਿ ਉਹ ਹਾਈਡ ਪਾਰਕ ਦੇ ਵਿੱਚ ਪ੍ਰੋਟੈਸਟ ਕਰਨਾ ਚਾਹੁੰਦੇ ਨੇ। ਇਹ ਜਿਹੜਾ ਉਸ ਤੋਂ 8 ਅਪ੍ਰੈਲ 1984 ਹੋ ਚੁੱਕਾ ਸੀ। ਕਿਵੇਂ ਇਹਦੀ ਪਰਮਿਸ਼ਨ ਡਿਨਾਈ ਕੀਤੀ ਗਈ, ਕਿਵੇਂ ਇਹ ਕਿਹਾ ਗਿਆ ਕਿ ਜੀ ਇਹਦੇ ਨਾਲ ਬੇਸ਼ੱਕ, ਔਰ ਜਿਹੜੀ ਉਹਨਾਂ ਦੀ ਹਾਈਡ ਪਾਰਕ ਨੂੰ ਜਿਹੜਾ ਮੈਨੇਜ ਕਰਦੇ ਨੇ ਉਹਨਾਂ ਦੀ ਰਿਪੋਰਟ ਸੀ ਵੀ ਸਿੱਖਾਂ ਦੇ ਜਿਹੜੇ ਪਹਿਲਾਂ ਵੀ ਪ੍ਰੋਟੈਸਟ ਨੇ ਉਹ ਪੀਸਫੁਲ ਹੁੰਦੇ ਨੇ ਔਰ ਇਹਨੂੰ ਕੋਈ ਰੋਕਣ ਦੀ ਲੋੜ ਨਹੀਂ ਹੈ। ਪਰ ਇਸ ਸਭ ਦੇ ਬਾਵਜੂਦ ਕਿਵੇਂ ਇਹ ਕਿਹਾ ਗਿਆ ਕਿ ਜੀ ਇੰਡੀਆ ਲਈ ਇਹ ਬਹੁਤ ਸੈਂਸਿਟਿਵ ਇਸ਼ੂ ਹੈ, ਕਿਉਂਕਿ ਇੰਦਰਾ ਗਾਂਧੀ ਵੀ ਮਾਰੀ ਗਈ ਹੈ, ਔਰ ਦੂਜੀ ਔਰ ਇਹ ਜਿਹੜਾ ਇਹਨਾਂ ਨੂੰ ਡਿਨਾਈ ਕੀਤੀ ਜਾਏ ਪਰਮਿਸ਼ਨ, ਉਹ ਪੂਰੀ ਡੀਟੇਲ ਹੈ। ਔਰ ਉਹਦੇ 'ਚ ਉਹਨਾਂ ਨੇ ਇਨ ਦਾ ਐਂਡ ਇਹੀ ਕਿਹਾ ਕਿ ਭਾਈ ਇਹ ਭਾਵੇਂ ਜਿਹੜੇ ਆਰਗੇਨਾਈਜ਼ਰ ਨੇ ਐਕਸਪੈਕਟ ਕਰਦੇ ਨੇ ਵੀ ਪਰਮਿਸ਼ਨ ਮਿਲੇਗੀ ਔਰ ਉਹਨੂੰ ਰੋਕਿਆ ਨਹੀਂ ਜਾਣਾ ਚਾਹੀਦਾ, ਪਰ ਇਸ ਸਾਰੇ ਦੇ ਵਿੱਚ ਪੂਰਾ ਇੱਕ ਪੇਜ ਹੈ ਕਿ ਔਰ ਇੱਕ ਸਾਈਡ 'ਤੇ ਹੈ ਕਿ ਸਿੱਖ demonstration in Hyde Park, the Secretary of State for the Environment said that he had received an application from a private British citizen, Mr. Khera, to hold a rally under Republic of Khalistan, and rally would obviously be used to further the interests of those supporting an independent Sikh state. Under this name, Prime Minister would be in New Delhi later that week. ਕਿਉਂਕਿ ਜਦੋਂ ਇਹਨਾਂ ਨੇ ਪ੍ਰੋਟੈਸਟ ਕਰਨਾ ਸੀ ਉਸ ਤੋਂ ਅਗਲੇ ਹਫਤੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਜਿਹੜਾ ਉਹ ਦਿੱਲੀ ਵਿਜ਼ਿਟ ਕਰਨਾ ਸੀ। ਉਹਨੇ ਕਿਹਾ ਜੀ ਵੀ ਇਹ ਐਂਡ ਇਟ ਵਾਜ਼ ਨੋਨ that Indian government were very sensitive about the operation in this country of Sikh extremist organizations. The Metropolitan Police had advised on the basis of previous Sikh rallies and of information presently available that there was no reason to believe that rally would attract any violent opposition or otherwise give rise to significant public order difficulties. ਇਹ ਉਹਨਾਂ ਨੂੰ ਕਹਿ ਰਹੇ ਨੇ। ਔਰ ਇਸ ਸਾਰੇ ਨੂੰ ਹੁਣ ਤੁਸੀਂ ਦੇਖੋ ਕਿ ਵੀ ਇੱਕ ਪਾਸੇ ਇਹ ਆਪਣੇ ਮੈਗਨਾ ਕਾਰਟਾ, ਰਾਈਟ ਟੂ ਅਸੈਂਬਲ, ਫਲਾਣਾ ਢਿਮਕਾ, ਲੇਕਿਨ ਇੱਕ ਪਾਸੇ ਸਿੱਖਾਂ ਦੇ ਨਾਲ ਉਹਨਾਂ ਦੀ ਨਸਲਕੁਸ਼ੀ ਦਾ ਬਿਗਲ ਵਜਾ ਦਿੱਤਾ ਜੂਨ 84 ਦੇ ਹਮਲੇ ਤੋਂ ਬਾਅਦ। ਫਿਰ ਨਵੰਬਰ 84 'ਚ ਸਿੱਖ ਨਸਲਕੁਸ਼ੀ ਹੋ ਚੁੱਕੀ ਹੈ ਦਿੱਲੀ ਔਰ ਭਾਰਤ ਭਰ ਦੇ ਸ਼ਹਿਰਾਂ 'ਚ। ਉਸ ਤੋਂ ਜਿਹੜਾ ਉਹ ਆਲਮੋਸਟ 5 ਜਾਂ 6 ਮਹੀਨੇ ਬਾਅਦ ਅਪ੍ਰੈਲ ਦੇ ਮਹੀਨੇ ਦੇ ਵਿੱਚ 8 ਅਪ੍ਰੈਲ ਨੂੰ ਸਿੱਖ ਹਾਈਡ ਪਾਰਕ ਦੇ ਵਿੱਚ ਇਸ ਦੇ ਵਜੋਂ ਪ੍ਰੋਟੈਸਟ ਕਰਨਾ ਚਾਹੁੰਦੇ ਨੇ। ਔਰ ਇਹਨਾਂ ਨੂੰ ਇੰਡੀਅਨ ਸੈਂਸਿਟੀਵਿਟੀਜ਼ ਨਜ਼ਰ ਆ ਰਹੀਆਂ,
ਇੰਟਰਸਟ ਨਜ਼ਰ ਆ ਰਿਹਾ ਕਿ ਜੀ ਸਾਡੇ ਪ੍ਰਾਈਮ ਮਿਨਿਸਟਰ ਨੇ ਉੱਥੇ ਹੋਣਾ ਹੈ, ਔਰ ਆਨੇ ਬਹਾਨੇ ਫਿਰ ਉਹ ਕਹਿੰਦੇ ਨੇ ਜੀ ਸਾਨੂੰ ਕਾਰਨ, ਇਹ ਪੂਰਾ ਵੱਡਾ ਡਾਕੂਮੈਂਟ ਹੈ ਕਿ ਸਾਨੂੰ ਕਾਰਨ ਦੱਸਣ ਦੀ ਲੋੜ ਨਹੀਂ ਹੈ ਸਿੱਖਾਂ ਨੂੰ, ਉਹਨਾਂ ਨੂੰ ਕਿਹਾ ਜਾਏ ਵੀ ਉਹ ਖੁਦ ਹੀ ਐਪਲੀਕੇਸ਼ਨ ਵਿਦਡਰਾ ਕਰ ਲੈਣ, ਨਹੀਂ ਹੈ ਤੇ ਇਸ ਨੂੰ ਡਿਨਾਈ ਕਰ ਦਿੱਤਾ ਜਾਏ। ਔਰ ਉਹਦੇ 'ਤੇ ਇਹ ਵੀ ਡਿਸਕਸ ਕਰ ਰਹੇ ਨੇ ਜੇ ਸਿੱਖ ਕੋਰਟ 'ਚ ਵੀ ਜਾ ਸਕਦੇ ਨੇ, ਉਹਨੂੰ ਚੈਲੰਜ ਕਰਦੇ ਆ, ਬਟ ਦੇਰ ਇਜ਼ ਏ ਵੈਲਿਡ ਰੀਜ਼ਨ ਕਿ ਭਾਈ ਅਸੀਂ ਇੰਡੀਆ ਦੀਆਂ ਸੈਂਸਿਟੀਵਿਟੀਜ਼ ਨੂੰ ਦੇਖਦੇ ਹਾਂ, ਇਸ ਨੂੰ ਪਰਮਿਟ ਨਾ ਕਰੀਏ। ਹੁਣ ਇਹ ਅਸੀਂ ਇਮੀਡੀਏਟ ਉਸ ਤੋਂ ਬਾਅਦ ਕਰ ਰਹੇ ਹਾਂ ਜਦੋਂ ਜੂਨ 84 ਦਾ ਹਮਲਾ ਹੋ ਚੁੱਕਾ ਹੈ ਨਸਲਕੁਸ਼ੀ ਸਿੱਖਾਂ ਦੀ, ਨਵੰਬਰ 84। ਹੁਣ ਅਸੀਂ ਜਿਹੜਾ ਜੱਗੀ ਜੌਲ ਦੇ ਕੇਸ ਵੱਲ ਆਈਏ। ਜਗਤਾਰ ਸਿੰਘ ਜੌਲ ਸਕਾਟਲੈਂਡ ਦਾ ਰਹਿਣ ਵਾਲਾ ਬ੍ਰਿਟਿਸ਼ ਸਿਟੀਜ਼ਨ, ਜਿਹੜਾ ਆਪਣਾ ਵਿਆਹ ਕਰਾਉਣ ਲਈ ਪੰਜਾਬ 'ਚ ਜਾਂਦਾ ਹੈ। ਉਹਦਾ ਕਸੂਰ ਇੰਨਾ ਹੈ ਕਿ ਯੂਕੇ 'ਚ ਹੁੰਦਿਆਂ ਉਹਨੇ ਸੇਂਟ ਸੋਲਜਰਸ ਦੇ ਨਾਂ ਥੱਲੇ ਜਿਹੜਾ ਵੈਬਸਾਈਟ ਜਿਹਦੇ 'ਚ ਜਿਹੜੇ ਮੌਜੂਦਾ ਦੌਰ 'ਚ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਜਾਂ ਆਪਣੀ ਕੌਮੀ ਆਜ਼ਾਦੀ ਦੀ ਲੜਾਈ ਲੜਦੇ ਯੋਧਿਆਂ ਨੇ ਯੋਗਦਾਨ ਪਾਇਆ, ਉਹਨਾਂ ਦੀਆਂ ਪਿਕਚਰਸ, ਔਰ ਦੂਸਰਾ ਔਰ ਕਿਵੇਂ ਉਸ ਨੂੰ ਮਾਰਕੀਟ ਦੇ ਵਿੱਚ ਜਦੋਂ ਕਿ ਉਹ ਆਪਣੀ ਨਵਵਿਆਹੀ ਜਿਹੜਾ ਉਹ ਸਿੰਘਣੀ ਦੇ ਨਾਲ ਸ਼ਾਪਿੰਗ ਕਰ ਰਿਹਾ, ਉਹਨੂੰ ਚੁੱਕ ਲਿਆ ਜਾਂਦਾ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਜਾਂ ਦੂਜੇ, ਔਰ ਕਿਵੇਂ ਇਸ ਕਹਾਣੀ ਨੂੰ 5 ਸਾਲ ਬੀਤ ਚੁੱਕੇ ਨੇ, ਚਾਰਜ ਫਾਈਲ ਨਹੀਂ ਕੀਤੇ ਗਏ। 130 ਤੋਂ ਜ਼ਿਆਦਾ ਬ੍ਰਿਟਿਸ਼ ਐਮਪੀਜ਼, ਔਰ ਖਾਸ ਤੌਰ ਤੇ ਕਿਉਂਕਿ ਸਕਾਟਲੈਂਡ ਨਾਲ ਉਹਨਾਂ ਦਾ ਸੰਬੰਧ ਹੈ, ਔਰ ਲੋਕਲ ਜਿਹੜਾ ਉਹਨਾਂ ਦਾ ਐਮਪੀ ਔਰ ਉਹਨਾਂ ਨੇ ਉਹਨਾਂ ਦੇ ਸੈਕਟਰੀ ਆਫ ਸਟੇਟ ਨੂੰ ਪਾਰਲੀਮੈਂਟ ਦੇ ਵਿੱਚ, ਔਰ ਦੂਸਰੇ ਇਹ ਸਾਰੇ ਦਾ ਜਿਹੜਾ ਇਸ ਨੂੰ ਉਹਨਾਂ ਨੇ ਚੁੱਕਿਆ। ਫਿਰ ਇਹ ਵੀ ਗੱਲ ਸਾਹਮਣੇ ਆਈ ਹੁਣ ਇਸ ਦੀ ਗੱਲ ਕਰਨ ਤੋਂ ਪਹਿਲਾਂ ਕਿ ਰਿਸ਼ੀ ਸੁਨਕ ਦੀ ਸਰਕਾਰ ਕਿਵੇਂ ਪਿੱਛੇ ਹਟੀ ਹੈ ਜੱਗੀ ਜੌਲ ਦੇ ਕੇਸ ਤੋਂ। ਔਰ ਇਹ ਮੇਰਾ ਕਹਿਣਾ ਨਹੀਂ ਹੈ, ਦਾ ਗਾਰਡੀਅਨ ਉਹਨਾਂ ਦੀ ਅੱਜ ਦੀ ਜਿਹੜੀ ਹੈ 1 ਮਾਰਚ ਦੀ ਉਹਨਾਂ ਨੇ ਸਟੋਰੀ ਕੀਤੀ ਹੈ, ਔਰ ਇਹ ਹੈ ਫੋਰਨ ਆਫਿਸ ਸਕੇਲਿੰਗ ਬੈਕ ਸਪੋਰਟ ਫॉर यूके ਸਿੱਖ ਐਕਟਿਵਿਸਟ ਹੈਲਡ ਇਨ ਇੰਡੀਆ। ਕਾਇਰ ਸਟਾਰਮਰ, ਇਹ ਲੇਬਰ ਪਾਰਟੀ ਦਾ ਹੈ। ਸੁਨਕਸ ਗਵਰਨਮੈਂਟ ਹੈਜ਼ ਰਿਫਿਊਜ਼ਡ ਟੂ ਐਕੋ assertion that ਜਗਤਾਰ ਸਿੰਘ ਜੌਲ is being arbitrarily detained। ਹੁਣ ਉਹਦੇ 'ਚ 5 ਸਾਲ ਪਹਿਲਾਂ ਜਦੋਂ ਚੁੱਕਿਆ ਜਾਂਦਾ ਹੈ, ਔਰ ਜਿਹੜੀ ਇੱਕ ਰਿਪਰੀਵ ਲੀਗਲ ਕੈਂਪੇਨ ਗਰੁੱਪ ਹੈ ਜਿਹੜਾ ਜਗਤਾਰ ਸਿੰਘ ਜੌਲ ਦੀ ਫੈਮਿਲੀ ਦੀ ਮਦਦ ਕਰ ਰਿਹਾ ਇਸ ਸਾਰੇ ਦੇ ਵਿੱਚ ਕਿ ਕਿਵੇਂ ਉਹਨੂੰ ਰਿਲੀਜ਼ ਕਰਵਾਇਆ ਜਾਏ। ਔਰ ਇਹ ਪਿਛਲੀ ਇੱਕ ਰਿਪੋਰਟ ਆਈ ਸੀ ਜਿਹਨੂੰ ਅਜੇ ਤੱਕ ਇਹ ਡਿਨਾਈ ਨਹੀਂ ਕੀਤਾ ਗਿਆ ਗਵਰਨਮੈਂਟ ਲੈਵਲ ਤੇ ਕਿ ਇਨਫੈਕਟ ਜੱਗੀ ਜੌਲ ਨੂੰ ਚੁਕਾਇਆ ਹੀ ਬ੍ਰਿਟਿਸ਼ MI6 ਖੁਫੀਆ ਏਜੰਸੀ ਨੇ, ਕਿ ਉਹਨਾਂ ਨੇ ਟਿਪ ਆਫ ਦਿੱਤੀ ਇੰਡੀਅਨ ਗਵਰਨਮੈਂਟ ਨੂੰ। ਔਰ ਹੁਣ ਇਹ ਵੀ ਕਦੇ ਸੁਣਿਆ, ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਮੁਲਕ ਆਪਣੇ ਸਿਟੀਜ਼ਨ ਨੂੰ ਬਚਾਉਣ ਦੇ ਲਈ ਤਾਂ ਵਾਰ ਤੱਕ ਚਲੇ ਜਾਂਦੇ ਨੇ ਦੂਸਰਿਆਂ ਦੇ ਨਾਲ, ਔਰ ਇਹ ਰਿਪਰੀਵ ਦਾ ਔਰ ਇਹਨੂੰ ਵਾਈਡ ਸਪਰੈਡ ਕਵਰੇਜ ਵੀ ਮਿਲੀ ਸੀ ਕਿ ਵੀ ਇਹ ਜਿਹੜਾ ਹੈ ਇਹ ਇਨਫੈਕਟ ਟਿਪ ਆਫ ਹੀ ਇਹਨਾਂ ਨੇ ਦਿੱਤਾ, ਜਿਹਨੂੰ ਅਜੇ ਤੱਕ ਕੋਈ ਡਿਨਾਈ ਨਹੀਂ ਕੀਤਾ ਗਿਆ। ਪਰ ਇਹ ਰਿਪਰੀਵ ਗਰੁੱਪ ਦੀ ਬਦੌਲਤ ਸੀ, ਔਰ ਖਾਸ ਤੌਰ ਤੇ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਇਸ ਦੇ ਉੱਤੇ ਉਹਨਾਂ ਦੀ ਰਿਪੋਰਟ ਜਿਹੜੀ ਸੀ, ਉਹਨਾਂ ਨੇ ਹੁਣ ਆਰਬਿਟਰੇਰਲੀ ਡਿਟੈਂਸ਼ਨ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਭਾਈ ਹੁਣ ਤੁਸੀਂ 5 ਸਾਲ ਤੋਂ ਚੁੱਕਿਆ ਹੋਇਆ ਹੈ, ਨਾ ਤੁਸੀਂ ਚਾਰਜ ਚਲਾਨ ਪੇਸ਼ ਕੀਤਾ, ਨਾ ਕੋਈ ਤੁਹਾਡੇ ਕੋਲ ਸਬੂਤ ਨੇ। ਔਰ ਈਵਨ ਜੱਗੀ ਜੌਲ ਨੇ ਬੇਸ਼ੱਕ ਬ੍ਰਿਟਿਸ਼ ਹਾਈ ਕਮਿਸ਼ਨ ਦਿੱਲੀ 'ਚ ਜਦੋਂ ਜੇਲ੍ਹ 'ਚ ਇਨ ਟੱਚ ਹੋਇਆ, ਉਹਨੂੰ ਫਿਜ਼ੀਕਲੀ ਵੀ ਟਾਰਚਰ ਕੀਤਾ ਗਿਆ, ਮੈਂਟਲੀ ਵੀ ਟਾਰਚਰ ਕੀਤਾ ਗਿਆ। ਇੱਕ ਬ੍ਰਿਟਿਸ਼ ਸਿਟੀਜ਼ਨ 5 ਸਾਲ ਤੋਂ ਬਿਨਾਂ ਟਰਾਇਲ ਚਲਾਇਆ ਜੇਲ੍ਹ ਦੇ ਅੰਦਰ ਹੈ, ਔਰ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਇਸ ਮਹਿਕਮੇ ਨਾਲ ਸੰਬੰਧਿਤ ਗਰੁੱਪ ਹੈ ਉਹਦੀ ਰਿਪੋਰਟ ਹੈ ਕਿ ਆਰਬਿਟਰਲੀ ਉਹਨੂੰ ਡਿਟੇਨ ਕੀਤਾ ਹੋਇਆ, ਝੂਠੀ ਡਿਟੈਂਸ਼ਨ ਹੈ, ਕੋਈ ਉਹਦੇ ਤੇ ਕੇਸ ਨਹੀਂ ਹੈ। ਔਰ ਪਿਛਲੀ ਸਰਕਾਰ ਬੋਰਿਸ ਜੌਨਸਨ ਦੀ, ਉਹਨਾਂ ਨੇ ਵੀ ਇਹ ਮੰਨ ਲਿਆ ਸੀ UN ਦੇ ਇਸ ਗਰੁੱਪ ਦੀ ਰਿਕਮੈਂਡੇਸ਼ਨ ਦੇ ਉੱਤੇ ਕਿ ਜੱਗੀ ਜੌਲ ਜਿਹੜਾ ਹੈ ਉਸ ਦੀ ਆਰਬਿਟਰਲੀ ਡਿਟੈਂਸ਼ਨ ਹੈ। ਹੁਣ ਜਦੋਂ ਤੁਸੀਂ ਇਹ ਐਡਮਿਸ਼ਨ ਕਰ ਲੈਂਦੇ ਹੋ, ਔਰ UN ਤੋਂ ਵੱਧ ਕੇ ਤਾਂ ਕੋਈ ਕ੍ਰੈਡੀਬਲ ਬਾਡੀ ਨਹੀਂ ਹੈ, ਫਿਰ ਨੈਕਸਟ ਸਟੈਪ ਹੁੰਦਾ ਹੈ ਕਿ ਵੀ ਤੁਸੀਂ ਡਿਪਲੋਮੈਟਿਕ ਪ੍ਰੈਸ਼ਰ ਵੀ ਔਰ ਅਦਰਵਾਈਜ਼ ਵੀ, ਔਰ ਜੇ ਇਹਦੇ ਲਈ ਫਿਰ ਮੌਕਾ ਬਣਦਾ ਹੈ ਕਿ ਭਾਈ ਤੁਸੀਂ ਜਿਹੜਾ ਆਪਣਾ ਹਾਈ ਕਮਿਸ਼ਨ ਵੀ ਵਾਪਸ ਇੱਥੋਂ ਤੱਕ ਮੁਲਕ ਜਾਂਦੇ ਨੇ ਕਿ ਉਹਨੂੰ ਰਿਲੀਜ਼ ਕਰੋ, ਸਾਡਾ ਸਿਟੀਜ਼ਨ ਤੁਸੀਂ ਫੜਿਆ ਹੋਇਆ। ਹੁਣ ਪਰ ਅੱਜ ਗਾਰਡੀਅਨ ਦੀ ਇਹ ਖਬਰ ਇਹ ਦੱਸ ਰਹੀ ਹੈ ਕਿ ਰਿਸ਼ੀ ਸੁਨਕ ਦੀ ਸਰਕਾਰ ਤਾਂ ਈਵਨ ਬੋਰਿਸ ਜੌਨਸਨ ਵੀ ਉਹਨਾਂ ਦਾ ਹੀ ਉਸ ਕਿਸਮ ਦਾ ਹੀ ਉਹ ਸਮੋਸੇ ਖਾਣ ਵਾਲਾ ਜਿਹੜਾ ਵਿਕਿਆ ਹੋਇਆ ਉਹਨਾਂ ਦੇ ਹੱਥਾਂ 'ਚ। ਉਹ ਤਾਂ ਰਿਪਬਲਿਕ ਡੇ ਦੇ ਮੌਕੇ ਉੱਥੇ ਗੈਸਟ ਆਫ ਆਨਰ ਬਣਨ ਜਾ ਰਿਹਾ ਸੀ,
ਇਹ ਤਾਂ ਵੱਖਰੀ ਕਹਾਣੀ ਹੈ ਵੀ ਕਿਸਾਨਾਂ ਦੀ ਮੂਵਮੈਂਟ ਚੱਲ ਰਹੀ ਸੀ ਔਰ ਉਸ ਨੂੰ ਜਿਹੜਾ ਉਹਦੇ ਤੋਂ ਵਿਦਡਰਾ ਕਰਨਾ ਪਿਆ। ਔਰ ਮੈਂ ਕਰੈਕਟ ਕਰਾਂ, ਪਿਛਲੇ 'ਚ ਮੈਂ ਦੀਪ ਸਿੱਧੂ ਦੇ ਝੰਡਾ ਝੁਲਾਉਣ ਦੀ ਗੱਲ 2023 ਨਾਲ ਜੋੜ ਕੇ ਕਹੀ ਹੈ, ਸਲਿਪ ਆਫ ਟੰਗ ਹੈ। 2021 ਦੇ ਵਿੱਚ ਜਦੋਂ ਐਨ ਪੀਕ ਦੇ ਉੱਤੇ ਸੀ ਮੂਵਮੈਂਟ ਔਰ 26 ਜਨਵਰੀ ਨੂੰ ਜਿਹੜਾ ਲਾਲ ਕਿਲੇ ਦੇ ਉੱਤੇ ਸਾਡਾ ਝੰਡਾ ਝੂਲਿਆ। ਹੁਣ ਇਹਨਾਂ ਦੀ ਕਰਤੂਤ ਬੋਰਿਸ ਜੌਨਸਨ, ਕਿਉਂਕਿ UN ਦੀ ਜਦੋਂ ਇਸ ਗਰੁੱਪ ਦੀ ਰਿਪੋਰਟ ਆਈ, ਰਿਪਰੀਵ ਨੇ ਇਸ ਕੇਸ ਨੂੰ ਲਿਆ ਔਰ ਆਲਰੇਡੀ ਇਸ ਦੇ ਉੱਤੇ ਜਿਹੜੀ ਆ ਉਹ ਪੇਸ਼ਕਦਮੀ ਹੋਈ, ਫਿਰ ਬੋਰਿਸ ਜੌਨਸਨ ਮੰਨ ਗਿਆ ਕਿ ਭਾਈ ਅਸੀਂ ਇੰਡੀਆ ਦੇ ਉੱਤੇ ਡਿਪਲੋਮੈਟਿਕ ਪ੍ਰੈਸ਼ਰ ਬਿਲਡ ਕਰ ਰਹੇ ਹਾਂ ਔਰ UN ਦੇ ਇਸ ਗਰੁੱਪ ਨੇ ਵੀ ਕਿਹਾ ਕਿ ਆਰਬਿਟਰੇਰਲੀ ਡਿਟੈਂਸ਼ਨ ਹੈ। ਪਰ ਹੁਣ ਜਿਹੜੀ ਇਸ ਗਾਰਡੀਅਨ ਦੀ ਰਿਪੋਰਟਿੰਗ ਹੈ ਕਿ ਜਦੋਂ ਇਹਨਾਂ ਨੂੰ ਪੁੱਛਿਆ ਗਿਆ, ਸੁਨਕਸ ਗਵਰਨਮੈਂਟ ਹੈਜ਼ ਰਿਫਿਊਜ਼ਡ ਇਨਵੀਟੇਸ਼ਨਸ to echo Boris Johnson's assertion that Indian government has arbitrarily detained Johal, a term seen as significant because it means the UK does not recognize there is a proper legal basis to hold him. कि ਜਿਹੜੀ ਗੱਲ even Boris Johnson ਮੰਨ ਗਿਆ ਸੀ, ਪ੍ਰੀਵੀਅਸ ਪ੍ਰਾਈਮ ਮਿਨਿਸਟਰ ਇਸੇ ਹੀ ਪਾਰਟੀ ਦਾ, ਕੰਜ਼ਰਵੇਟਿਵ ਦਾ, ਇਸ ਗੱਲ ਦਾ ਧਿਆਨ ਰਹੇ ਮਾਰਗਰੇਟ ਥੈਚਰ ਵੀ ਕੰਜ਼ਰਵੇਟਿਵ ਸੀ, ਜਿਹਨੇ ਫੈਬਰੂਰੀ 84 ਦੇ ਵਿੱਚ ਰੇਕੀ ਦੇ ਲਈ ਆਪਣੇ ਬੰਦੇ ਭੇਜੇ ਸੀ MI6 ਦੇ। ਰਿਸ਼ੀ ਸੁਨਕ ਲਾਲ ਧਾਗਾ, ਗਊ ਮਾਤਾ ਦਾ ਪੂਜਕ। ਹੁਣ ਜਦੋਂ ਇਹ ਕੋਈ ਇਹ ਕਹਿੰਦਾ ਜੀ ਨਹੀਂ ਇੱਥੇ ਜਿਹੜੇ ਹੁੰਦੇ ਨੇ ਨਾ ਜੀ, ਉਹਨਾਂ 'ਚ ਕੋਈ ਫਿਰਕੂਪਣਾ ਨਹੀਂ, ਉਹਨਾਂ ਤਾਂ ਨੇਸ਼ਨ ਦਾ ਇੰਟਰਸਟ ਹੁੰਦਾ। ਹੁਣ ਇੱਥੇ ਕੀ ਬੋਲ ਰਹੇ ਬੋਰਿਸ ਜੌਨਸਨ, ਜਿਹੜਾ ਬਿਲਕੁਲ ਇੰਡੋਫਾਈਲ ਸੀ, ਜੇ ਉਹਨੇ ਵੀ ਇੱਕ ਸਟੈਂਡ ਲੈ ਲਿਆ ਸੀ, ਚਾਹੀਦਾ ਤਾਂ ਇਹ ਸੀ ਘੱਟੋ ਘੱਟ ਉਸੇ ਸਟੈਂਡ ਤੇ ਹੀ ਕਾਇਮ ਰਹਿੰਦਾ ਹੈ। ਲੇਕਿਨ ਇਹ ਸਟੈਪ ਬੈਕ ਕਰਦੇ ਆ। ਉਹਨੇ ਜਦੋਂ ਇਹ ਸਵਾਲ ਲੇਬਰ ਲੀਡਰ ਨੇ ਪੁੱਛਿਆ ਔਰ ਇਸ ਦੇ ਜਵਾਬ 'ਚ ਉਹਨੇ ਕਿਹਾ ਕਿ ਆਈ ਵੁੱਡ ਲਾਈਕ ਟੂ ਆਸਕ if you can confirm if the UK government still believes that Jagtar is being arbitrarily detained, and if so, what further steps your government will take to secure a breakthrough in the case, the Labour leader wrote. ਉਹਨੇ ਕਿਹਾ ਕਿ ਜੀ ਇਹ ਜੋ ਮੰਨਿਆ ਸੀ ਬੋਰਿਸ ਜੌਨਸਨ ਨੇ, ਤੁਸੀਂ ਉੱਤੇ ਖੜੇ, ਜੇ ਖੜੇ ਤੇ ਤੁਸੀਂ ਇਸ ਦੇ ਉੱਤੇ ਅੱਗੇ ਕੀ ਸਟੈਪ ਲੈ ਰਹੇ ਹੋ। ਹੁਣ ਉਸ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ I take the UN working group on arbitrary detention opinion concerning Mr. Johal very seriously, as did my predecessor Mr. Johnson, the Prime Minister. ਇਹ ਰਿਸ਼ੀ ਸੁਨਕ ਕਹ ਹਾਂ ਮੈਂ ਵੀ ਸੀਰੀਅਸਲੀ ਲੈਂਦਾ ਇਹਨੂੰ, ਜਿਵੇਂ ਮੇਰੇ ਤੋਂ ਪਹਿਲੇ ਬੋਰਿਸ ਜੌਨਸਨ ਨੇ ਲਿਆ ਸੀ। ਲੇਕਿਨ ਇੱਥੇ ਆ ਕੇ ਉਹ ਰੁਕ ਜਾਂਦਾ ਹੈ। ਔਰ ਸਟਾਰਮਰ ਲੇਬਰ ਲੀਡਰ ਨੇ ਕਿਹਾ I am therefore concerned that in his response to my letter and in discussions with Jagtar's family, Rishi Sunak's government may now be backsliding on their previous stance. To ease these fears, it's crucial number 10 and the Foreign Office make their position on arbitrary detention clear. ਉਹਨੇ ਕਿਹਾ ਕਿ ਇਹ ਰਿਸਪੌਂਸ ਤੋਂ ਲੱਗਦਾ ਵੀ ਇਹ ਪਿੱਛੇ ਚਲੇ ਗਏ ਨੇ ਔਰ ਉਹਨਾਂ ਨੇ ਇਸ ਤੋਂ ਉਹ ਕਲੀਅਰ ਕਰਨਾ ਆਪਣੀ ਪੋਜੀਸ਼ਨ। UN experts have been clear that Jagtar should not be made to suffer in prison a day longer. ਕਿ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਨੇ ਐਕਸਪਰਟ, ਉਹਨਾਂ ਨੇ ਕਿਹਾ ਵੀ ਇੱਕ ਦਿਨ ਵੀ ਉਹ ਵਾਧੂ ਉਹਦੇ ਜੇਲ੍ਹ 'ਚ ਨਹੀਂ ਹੋਣਾ ਚਾਹੀਦਾ। ਉਹਨੇ ਕਿਹਾ ਇਟ ਇਜ਼ ਦਾ ਡਿਊਟੀ ਆਫ ਦਾ ਬ੍ਰਿਟਿਸ਼ ਗਵਰਨਮੈਂਟ ਐਂਡ ਪੋਲੀਟੀਕਲ ਪਾਰਟੀਜ਼ ਇਨ ਵੈਸਟਮਿਨਿਸਟਰ ਟੂ ਮੇਕ ਪ੍ਰੋਪਰ ਰਿਪਰੈਜ਼ੈਂਟੇਸ਼ਨਸ ਐਂਡ ਡੂ ਵਾਟ ਇਟ ਟੇਕਸ ਟੂ ਬ੍ਰਿੰਗ ਹਿਮ ਹੋਮ ਟੂ ਹਿਜ਼ ਫੈਮਿਲੀ ਇਨ ਡੰਬਾਰਟਨ। ਸੋ ਇਸ ਤੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਇਹ ਰਿਸ਼ੀ ਸੁਨਕ ਔਰ ਇਹ ਉਹਦੀ ਪ੍ਰੀਤੀ ਪਟੇਲ ਔਰ ਉਹ ਦੂਜੇ ਸਾਰਿਆਂ ਦੇ ਕੀ ਸਟੈਂਡ ਨੇ ਉਹ ਬੜਾ ਕਲੀਅਰ ਹੈ। ਲੇਕਿਨ ਇਹ ਹੁਣ ਔਨ ਰੈਕਰਡ ਹੈ ਕਿ ਈਵਨ ਆਪਣੀ ਹੀ ਪਾਰਟੀ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਵੱਲੋਂ ਜਿਹੜਾ ਆਰਬਿਟਰੇਰਲੀ ਡਿਟੈਂਸ਼ਨ ਦਾ ਸਟੈਂਡ UN ਦੇ ਐਕਸਪਰਟਸ ਦੀ ਰਿਪੋਰਟ ਤੇ ਆਧਾਰ ਤੇ ਲਿਆ ਗਿਆ ਸੀ, ਉਸ ਤੋਂ ਵੀ ਇਹਨਾਂ ਨੇ ਪੈਰ ਪਿੱਛੇ ਖਿੱਚ ਲਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਤੇ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।